ਸਾਨੂੰ ਇਸ ਦੁਨੀਆ ਵਿੱਚ ਕਈ ਇਨਸਾਨ ਮਿਲਦੇ ਹਨ ਜੋ ਸਾਡੇ ਨਾਲ ਮਿੱਤਰਤਾ ਕਰਦੇ ਹਨ, ਸਾਨੂੰ ਆਪਣਾਪਨ ਦਿਖਾਉਂਦੇ ਹਨ। ਅਸੀਂ ਉਹਨਾਂ 'ਤੇ ਵਿਸ਼ਵਾਸ ਕਰਨ ਲੱਗਦੇ ਹਾਂ। ਪਰ ਜਦ ਕਦੀ ਮੁਸੀਬਤ ਦਾ ਵੇਲਾ ਆਉਂਦਾ ਹੈ ਤਾਂ ਇਹੀ ਮਿੱਤਰ ਸਾਡਾ ਸਾਥ ਛੱਡ ਜਾਂਦੇ ਹਨ। ਜਦ ਅਸੀਂ ਅੱਗੇ ਵਧਦੇ ਹਾਂ ਜਾਂ ਕੁਝ ਪ੍ਰਾਪਤ ਕਰਦੇ ਹਾਂ ਤਾਂ ਇਹੀ ਮਿੱਤਰ ਈਰਖਾ ਕਰਨ ਲੱਗਦੇ ਹਨ। ਅੱਜ ਅਸੀਂ ਸੁਭਾਸ਼ ਗੁਪਤਾ ਜੀ ਦਾ ਲਿਖਿਆ ਲੇਖ ਮਿੱਤਰ ਉਹੀ ਜੋ ਮੁਸੀਬਤ ਵੇਲੇ ਵੀ ਕੰਮ ਆਵੇ ਪੜ੍ਹਨ ਜਾ ਰਹੇ ਹਾਂ। ਲੇਖਕ ਨੇ ਬਹੁਤ ਸੁੰਦਰ ਢੰਗ ਨਾਲ ਮਿਸਾਲਾਂ ਦੇ ਕੇ ਸਮਝਾਇਆ ਹੈ ਕਿ ਮਿੱਤਰ ਕਿਹੋ ਜਿਹਾ ਹੋਵੇ। ਸੋ ਪੜ੍ਹਦੇ ਹਾਂ ਲੇਖ ਮਿੱਤਰ ਉਹੀ ਜੋ ਮੁਸੀਬਤ ਵੇਲੇ ਵੀ ਕੰਮ ਆਏ। ਪਿਆਰੇ ਬੱਚਿਓ, ਸੱਚਾ ਦੋਸਤ ਉਹੀ ਹੁੰਦਾ ਹੈ ਜੋ ਮੁਸੀਬਤ ਵੇਲੇ ਵੀ ਕੰਮ ਆਵੇ। ਦੁਨੀਆ ਵਿੱਚ ਸਵਾਰਥੀ ਮਿੱਤਰਾਂ ਦੀ ਕਮੀ ਨਹੀਂ ਹੈ। ਇਸ ਲਈ ਕਿਸੇ ਨਾਲ ਵੀ ਦੋਸਤੀ ਕਰਨ ਤੋਂ ਪਹਿਲਾਂ ਉਸ ਬਾਰੇ ਪੂਰੀ ਤਰ੍ਹਾਂ ਜਾਂਚ ਪਰਖ ਲਵੋ ਕਿ ਉਹ ਤੁਹਾਡੀ ਦੋਸਤੀ ਦੇ ਕਾਬਿਲ ਹੈ ਜਾਂ ਨਹੀਂ। ਕਈ ਵਾਰ ਅਸੀਂ ਕਿਸੇ ਦੀ ਸੁੰਦਰਤਾ, ਅਮੀਰੀ, ਉੱਚੇ ਲੰਬੇ ਕੱਦ ਆਦਿ ਨੂੰ ਦੇਖ ਕੇ ਸਮਝ ਲੈਂਦੇ ਹਾਂ ਕਿ ਇਹ ਅੱਛਾ ਦੋਸਤ ਬਣ ਸਕਦਾ ਹੈ, ਪਰੰਤੂ ਅਸੀਂ ਉਸੇ ਗੁਣ ਔਗੁਣਾਂ ਵੱਲ ਵੇਖਣ ਦੀ ਕੋਸ਼ਿਸ਼ ਨਹੀਂ ਕਰਦੇ। ਪਤਾ ਉਦੋਂ ਲੱਗਦਾ ਹੈ ਜਦੋਂ ਉਹ ਤੁਹਾਨੂੰ ਧੋਖਾ ਦੇ ਕੇ ਹੋ ਜਾਂਦਾ ਹੈ। ਪਿਆਰੇ ਬੱਚਿਓ, ਤੁਸੀਂ ਨਿਹਾਲੇ ਦਿਆਲੇ ਦੀ ਕਹਾਣੀ ਸੁਣੀ ਹੋਵੇਗੀ। ਦੋਵੇਂ ਆਪਣੇ ਆਪ ਨੂੰ ਇੱਕ ਦੂਜੇ ਦੇ ਪੱਕੇ ਮਿੱਤਰ ਅਖਵਾਉਂਦੇ ਸਨ। ਦੋਵਾਂ ਨੇ ਮੁਸੀਬਤ ਆਉਣ 'ਤੇ ਇੱਕ ਦੂਜੇ ਤੋਂ ਜਾਨ ਵਾਰਨ ਦੀਆਂ ਕਸਮਾਂ ਵੀ ਖਾ ਛੱਡੀਆਂ ਸਨ। ਭਾਵੇਂ ਦੋਵੇਂ ਵੇਲੇ ਹੀ ਰਹਿੰਦੇ ਸਨ, ਪਰ ਲੋਕਾਂ ਦੀ ਨਜ਼ਰ ਵਿੱਚ ਚੰਗੇ ਦੋਸਤ ਸਨ। ਇੱਕ ਦਿਨ ਦੋਹਾਂ ਨੇ ਸ਼ਹਿਰ ਜਾ ਕੇ ਕੰਮ ਕਰਨ ਬਾਰੇ ਸੋਚਿਆ। ਦੋਵੇਂ ਸ਼ਹਿਰ ਵੱਲ ਨੂੰ ਤੁਰੇ ਜਾ ਰਹੇ ਸਨ। ਚਲਦੇ ਚਲਦੇ ਉਹਨਾਂ ਨੂੰ ਰਸਤੇ ਵਿੱਚ ਹੀ ਰਾਤ ਪੈ ਗਈ। ਹਾਲੇ ਸ਼ਹਿਰ ਉੱਥੋਂ ਕਾਫੀ ਦੂਰ ਸੀ, ਇਸ ਲਈ ਉਹਨਾਂ ਨੇ ਇੱਕ ਦਰਖਤ ਦੇ ਥੱਲੇ ਕੱਪੜਾ ਵਿਛਾਇਆ ਤੇ ਲੇਟ ਗਏ। ਉਸ ਇਲਾਕੇ ਵਿੱਚ ਜੰਗਲੀ ਜੀਵ ਕਾਫੀ ਆਉਂਦੇ ਜਾਂਦੇ ਰਹਿੰਦੇ ਸਨ। ਦੋਵੇਂ ਜਣੇ ਆਪਣੀ ਸੁਰੱਖਿਆ ਲਈ ਵਾਰੀ-ਵਾਰੀ ਜਾ ਕੇ ਪਹਿਰਾ ਦੇਣ ਲੱਗੇ। ਉਸ ਵੇਲੇ ਨਿਹਾਲਾ ਪਹਿਰਾ ਦੇ ਰਿਹਾ ਸੀ। ਉਸਨੇ ਇੱਕ ਰਿੱਛ ਨੂੰ ਆਪਣੇ ਵੱਲ ਆਉਂਦੇ ਵੇਖਿਆ। ਰਿੱਛ ਨੂੰ ਵੇਖ ਕੇ ਉਹ ਬਹੁਤ ਜ਼ਿਆਦਾ ਡਰ ਗਿਆ। ਉਸਨੂੰ ਦਰਖਤ 'ਤੇ ਚੜ੍ਹਨਾ ਆਉਂਦਾ ਸੀ, ਇਸ ਲਈ ਉਹ ਦਿਆਲੇ ਦੀ ਪਰਵਾਹ ਕੀਤੇ ਬਿਨਾਂ ਹੀ ਦਰਖਤ 'ਤੇ ਚੜ੍ਹ ਗਿਆ। ਉਸਨੇ ਦਿਆਲੇ ਨੂੰ ਰਿੱਛ ਬਾਰੇ ਦੱਸਿਆ ਤੱਕ ਨਾ। ਅਚਾਨਕ ਦਿਆਲੇ ਦੀ ਜਾਗ ਖੁੱਲ੍ਹੀ ਤਾਂ ਉਸਨੇ ਉਸੇ ਰਿੱਛ ਨੂੰ ਆਪਣੇ ਵੱਲ ਆਉਂਦੇ ਵੇਖਿਆ। ਉਹ ਨਿਹਾਲੇ ਨੂੰ ਖਰੀਆਂ ਖੋਟੀਆਂ ਤਾਂ ਸੁਣਾਉਣੀਆਂ ਚਾਹੁੰਦਾ ਸੀ, ਪਰ ਉਸ ਕੋਲ ਸਮਾਂ ਨਹੀਂ ਸੀ। ਅਚਾਨਕ ਉਸਨੂੰ ਇੱਕ ਵਿਉਂਤ ਸੁੱਝੀ। ਉਸਨੂੰ ਸਾਹ ਉੱਪਰ ਨੂੰ ਚੜ੍ਹਾ ਕੇ ਨਿਰਜਿੰਦ ਜਿਹਾ ਹੋ ਕੇ ਲੇਟਣਾ ਆਉਂਦਾ ਸੀ, ਜਿਸ ਨੂੰ ਦੇਖ ਕੇ ਕੋਈ ਇਹ ਸਮਝੇ ਕਿ ਇਹ ਮੁਰਦਾ ਪਿਆ ਹੈ। ਬਿਨਾਂ ਕਿਸੇ ਦੇਰੀ ਦੇ ਉਹ ਸਾਹ ਉੱਪਰ ਨੂੰ ਚੜ੍ਹਾ ਕੇ ਲੇਟ ਗਿਆ। ਰਿੱਛ ਆਇਆ। ਉਸਨੇ ਦਿਆਲੇ ਨੂੰ ਮੁਰਦਾ ਸਮਝਿਆ ਤੇ ਅੱਗੇ ਨੂੰ ਚਲਾ ਗਿਆ। ਜਦੋਂ ਰਿੱਛ ਕਾਫੀ ਦੂਰ ਚਲਾ ਗਿਆ ਤਾਂ ਨਿਹਾਲਾ ਥੱਲੇ ਉਤਰਿਆ। ਉਤਰਦੀ ਹੀ ਉਹ ਕਹਿਣ ਲੱਗਾ, ਦੋਸਤ, ਮੈਨੂੰ ਤਾਂ ਤੇਰੀ ਬਹੁਤ ਹੀ ਫਿਕਰ ਹੋ ਰਹੀ ਸੀ। ਜੇ ਤੈਨੂੰ ਕੁਝ ਹੋ ਜਾਂਦਾ ਤਾਂ ਮੈਂ ਤੇਰੇ ਜਿਹਾ ਦੋਸਤ ਕਿੱਥੋਂ ਲਿਆਂਦਾ। ਨਿਹਾਲੇ ਕੋਲੋਂ ਬੇਫਾਈ ਦੀਆਂ ਗੱਲਾਂ ਸੁਣ ਕੇ ਦਿਆਲਾ ਬੋਲਿਆ, ਨਿਹਾਲਿਆ, ਦੋਸਤ ਉਹ ਹੁੰਦਾ ਹੈ ਜੋ ਮੁਸੀਬਤ ਵੇਲੇ ਸਾਥ ਦੇਵੇ। ਤੂੰ ਤਾਂ ਦੋਸਤੀ ਦੇ ਨਾਂ ਨੂੰ ਵੀ ਬਦਨਾਮ ਕਰ ਦਿੱਤਾ ਹੈ। ਤੂੰ ਮੈਨੂੰ ਕਿਹੜੇ ਮੂੰਹ ਨਾਲ ਦੋਸਤ ਕਹਿ ਰਿਹਾ ਹੈ? ਤੂੰ ਦੋਸਤੀ ਦੇ ਮਾਇਨੇ ਵੀ ਜਾਣਦਾ ਹੈ? ਅੱਜ ਤੋਂ ਬਾਅਦ ਮੈਨੂੰ ਦੋਸਤ ਨਾ ਆਖੀ, ਨਹੀਂ ਤਾਂ ਲੋਕ ਦੋਸਤੀ ਨੂੰ ਸਵਾਰਥ ਦਾ ਨਾਂ ਦੇਣਾ ਸ਼ੁਰੂ ਕਰ ਦੇਣਗੇ। ਦਿਆਲੇ ਕੋਲੋਂ ਲਾਹਨਤਾਂ ਭਰੇ ਸ਼ਬਦ ਸੁਣ ਕੇ ਨਿਹਾਲੇ ਦੀ ਹਿੰਮਤ ਨਹੀਂ ਸੀ ਪੈ ਰਹੀ ਉਸ ਨਾਲ ਅੱਖ ਵੀ ਮਿਲਾ ਸਕੇ। ਸੋ ਪਿਆਰੇ ਬੱਚਿਓ, ਦੋਸਤੀ ਇੱਕ ਬਹੁਤ ਹੀ ਪਿਆਰਾ ਤੇ ਪਵਿੱਤਰ ਸ਼ਬਦ ਹੈ। ਦੋਸਤੀ ਖਾਤਰ ਲੋਕਾਂ ਨੇ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ। ਇਹ ਠੀਕ ਹੈ, ਤੁਸੀਂ ਆਪਣੀ ਸਕੂਲੀ ਜ਼ਿੰਦਗੀ ਵਿੱਚ ਚੰਗੇ ਮਾੜੇ ਦੀ ਪਛਾਣ ਨਹੀਂ ਕਰ ਸਕਦੇ, ਫਿਰ ਵੀ ਕਿਸੇ ਨਾਲ ਦੋਸਤੀ ਕਰਨ ਤੋਂ ਪਹਿਲਾਂ 100 ਵਾਰ ਸੋਚੋ। ਸਕੂਲ ਵਿੱਚ
ਤੁਸੀਂ ਕੁਝ ਅਜਿਹੇ ਮਿੱਤਰ ਬਣਾ ਸਕਦੇ ਹੋ ਜੋ ਹਮੇਸ਼ਾ ਸੱਚ ਬੋਲਦੇ ਹੋਣ, ਪੜ੍ਹਾਈ ਵਿੱਚ ਹੁਸ਼ਿਆਰ ਹੋਣ, ਖੇਡਾਂ ਵਿੱਚ ਵੱਧ ਚੜ੍ਹ ਕੇ ਭਾਗ ਲੈਂਦੇ ਹੋਣ, ਆਪਣੇ ਅਧਿਆਪਕਾਂ ਦਾ ਪੂਰਾ ਸਨਮਾਨ ਕਰਦੇ ਹੋਣ, ਉਹਨਾਂ ਦੀ ਤੁਹਾਡੇ ਬਾਕੀ ਸਾਥੀਆਂ ਨਾਲ ਸੰਬੰਧ ਚੰਗੇ ਹੋਣ, ਉਹਨਾਂ ਦੀ ਮੂੰਹ 'ਤੇ ਗਾਲ ਜਿਹੇ ਸ਼ਬਦ ਨਾ ਹੋਣ, ਉਹ ਗਰੀਬ ਵਿਦਿਆਰਥੀਆਂ ਦੀ ਪੜ੍ਹਾਈ ਜਾਂ ਪੈਸੇ ਧੇਲੇ ਪੱਖੋਂ ਮਦਦ ਕਰ ਸਕਦੇ ਹੋਣ, ਸਕੂਲ ਨੂੰ ਸਾਫ਼ ਸੁਥਰਾ ਰੱਖਣ ਦੀ ਕੋਸ਼ਿਸ਼ ਕਰਦੇ ਹੋਣ, ਸਕੂਲ ਦੀ ਕਿਸੇ ਵੀ ਚੀਜ਼ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਨਾ ਕਰਦੇ ਹੋਣ, ਉਹ ਚੰਗੀਆਂ ਆਦਤਾਂ ਦੇ ਮਾਲਕ ਹੋਣ, ਉਹਨਾਂ ਦੇ ਚਿਹਰੇ 'ਤੇ ਹਮੇਸ਼ਾ ਹਾਸਾ ਝਲਕਦਾ ਹੋਵੇ, ਸਭ ਨਾਲ ਪਿਆਰ ਨਾਲ ਗੱਲ ਕਰਦੇ ਹੋਣ, ਅਨੁਸ਼ਾਸਨ ਨੂੰ ਭੰਗ ਕਰਨ ਦੀ ਕੋਸ਼ਿਸ਼ ਨਾ ਕਰਦੇ ਹੋਣ। ਪਿਆਰੇ ਬੱਚਿਓ, ਦੋਸਤੀ ਦੀ ਪ੍ਰਵਿਰਤੀ ਸਿਰਫ ਮਨੁੱਖਾਂ ਵਿੱਚ ਹੀ ਨਹੀਂ ਹੁੰਦੀ, ਇਹ ਜਾਨਵਰਾਂ, ਪੰਛੀਆਂ ਆਦਿ ਵਿੱਚ ਵੀ ਹੁੰਦੀ ਹੈ। ਤੁਸੀਂ ਦੇਖਿਆ ਹੋਵੇਗਾ, ਕੀੜੀਆਂ ਜਦੋਂ ਚਲਦੀਆਂ ਹਨ ਇਕੱਠੀਆਂ ਹੋ ਕੇ ਚਲਦੀਆਂ ਹਨ। ਕਦੀ ਕੋਈ ਪੰਛੀ ਜਾਂ ਜਾਨਵਰ ਕਿਸੇ ਦੂਸਰੇ ਜਾਨਵਰ ਨੂੰ ਪਰੇਸ਼ਾਨੀ ਦੀ ਹਾਲਤ ਵਿੱਚ ਵੇਖੇ ਤਾਂ ਝੱਟ ਉਸ ਦੀ ਮਦਦ ਲਈ ਦੌੜਦਾ ਹੈ। ਜਿਵੇਂ ਘੁੱਗੀ ਨੇ ਪਾਣੀ ਵਿੱਚ ਰੁੜੀ ਜਾਂਦੀ ਮੱਖੀ ਦੇ ਅੱਗੇ ਇੱਕ ਸੁੱਕਾ ਪੱਤਾ ਰੱਖ ਕੇ ਮੱਖੀ ਦੀ ਜਾਨ ਬਚਾਈ ਸੀ, ਤੇ ਮੱਖੀ ਨੇ ਘੁੱਗੀ ਦੀ ਉਸ ਵੇਲੇ ਜਾਨ ਬਚਾਈ ਸੀ ਜਦੋਂ ਇੱਕ ਸ਼ਿਕਾਰੀ ਘੁੱਗੀ ਦਾ ਨਿਸ਼ਾਨਾ ਲਾਉਣ ਲੱਗਾ ਸੀ। ਮੱਖੀ ਨੇ ਸ਼ਿਕਾਰੀ ਦੇ ਹੱਥ 'ਤੇ ਡੰਗ ਮਾਰਿਆ ਸੀ, ਜਿਸ ਨਾਲ ਸ਼ਿਕਾਰੀ ਦਾ ਨਿਸ਼ਾਨਾ ਉੱਕ ਗਿਆ ਸੀ। ਇਸੇ ਤਰ੍ਹਾਂ ਹੀ ਇੱਕ ਹੋਰ ਕਹਾਵਤ ਹੈ ਕਿ ਕਰ ਭਲਾ ਹੋ ਭਲਾ। ਅਸਲ ਵਿੱਚ ਭਲਾ ਵੀ ਉਹੀ ਕਰ ਸਕਦਾ ਹੈ ਜਿਸ ਵਿੱਚ ਚੰਗੇ ਗੁਣ ਮੌਜੂਦ ਹੋਣ, ਕਿਉਂਕਿ ਬੁਰੇ ਨੇ ਤਾਂ ਹਮੇਸ਼ਾ ਬੁਰਾ ਹੀ ਸੋਚਣਾ ਹੁੰਦਾ ਹੈ। ਬੁਰੇ ਆਦਮੀ ਨੂੰ ਇਸ ਦੁਨੀਆ ਵਿੱਚ ਸਾਰੇ ਬੁਰੇ ਹੀ ਨਜ਼ਰ ਆਉਂਦੇ ਹਨ, ਜਦਕਿ ਭਲੇ ਆਦਮੀ ਨੂੰ ਸਾਰੇ ਭਲੇ ਹੀ ਨਜ਼ਰ ਆਉਂਦੇ ਹਨ। ਜਿਵੇਂ ਕਿ ਤੁਹਾਨੂੰ ਪਤਾ ਹੀ ਹੋਵੇਗਾ ਕਿ ਮਹਾਭਾਰਤ ਦੇ ਕਿਰਦਾਰ ਯੁਧਿਸ਼ਠਰ ਨੇ ਕਦੀ ਝੂਠ ਨਹੀਂ ਸੀ ਬੋਲਿਆ। ਉਹ ਹਮੇਸ਼ਾ ਸੱਚ ਦੇ ਰਾਹ 'ਤੇ ਚੱਲਦਾ ਸੀ, ਇਸ ਕਰਕੇ ਉਸ ਨੂੰ ਧਰਮ ਪੁੱਤਰ ਯੁਧਿਸ਼ਠਰ ਵੀ ਕਿਹਾ ਜਾਂਦਾ ਸੀ। ਦੂਜੇ ਪਾਸੇ ਦੁਰਯੋਧਨ ਨੇ ਕਦੀ ਸੱਚ ਬੋਲ ਕੇ ਨਹੀਂ ਸੀ ਵੇਖਿਆ। ਉਹ ਹਮੇਸ਼ਾ ਕਿਸੇ ਦਾ ਬੁਰਾ ਕਰਨ ਬਾਰੇ ਹੀ ਸੋਚਦਾ ਰਹਿੰਦਾ ਸੀ। ਕਹਿੰਦੇ ਹਨ ਕਿ ਕ੍ਰਿਸ਼ਨ ਜੀ ਨੇ ਇੱਕ ਵਾਰ ਯੁਧਿਸ਼ਠਰ ਨੂੰ ਕਿਹਾ ਕਿ ਉਹ ਸੰਸਾਰ ਵਿੱਚੋਂ ਕੋਈ ਬੁਰਾ ਬੰਦਾ ਲੱਭ ਕੇ ਲਿਆਵੇ। ਯੁਧਿਸ਼ਠਰ ਨੇ ਆਪਣੀ ਪੂਰੀ ਵਾਹ ਲਾ ਲਈ, ਪਰ ਉਸ ਨੂੰ ਬੁਰਾ ਬੰਦਾ ਨਜ਼ਰ ਨਹੀਂ ਸੀ ਆਇਆ। ਇਸੇ ਤਰ੍ਹਾਂ ਕ੍ਰਿਸ਼ਨ ਜੀ ਨੇ ਦੁਰਯੋਧਨ ਨੂੰ ਕਿਹਾ ਕਿ ਉਹ ਕੋਈ ਭਲਾ ਬੰਦਾ ਲੱਭ ਕੇ ਲਿਆਵੇ। ਦੁਰਯੋਧਨ ਭਲੇ ਬੰਦੇ ਦੀ ਖੋਜ ਕਰਦਾ ਰਿਹਾ, ਪਰ ਉਸ ਨੂੰ ਭਲਾ ਬੰਦਾ ਨਾ ਲੱਭਾ। ਇਸ ਲਈ ਜੋ ਕੋਈ ਜਿਹੋ ਜਿਹਾ ਹੁੰਦਾ ਹੈ ਉਸ ਨੂੰ ਉਹ ਜਿਹੇ ਹੀ ਮਿਲ ਜਾਂਦੇ ਹਨ। ਭਲਾਈ ਬੁਰਾਈ ਵੀ ਦੋਸਤੀ ਦੇ ਨਾਲ ਨਾਲ ਹੀ ਚੱਲਦੀਆਂ ਹਨ। ਬੁਰਾਈ ਕਰਨ ਵਾਲਾ ਕਦੀ ਵੀ ਚੰਗਾ ਦੋਸਤ ਨਹੀਂ ਬਣ ਸਕਦਾ, ਤੇ ਭਲਾਈ ਕਰਨ ਵਾਲੇ ਨੂੰ ਹਰ ਕੋਈ ਦੋਸਤ ਬਣਾਉਣਾ ਚਾਹੇਗਾ। ਪਿਆਰੇ ਬੱਚਿਓ, ਇਤਿਹਾਸ ਵਿੱਚ ਚੰਗੀ ਦੋਸਤੀ ਦੀਆਂ ਬਹੁਤ ਸਾਰੀਆਂ ਮਿਸਾਲਾਂ ਵੇਖਣ ਸੁਣਨ ਨੂੰ ਮਿਲਦੀਆਂ ਹਨ। ਤੁਸੀਂ ਸਿਕੰਦਰ ਮਹਾਨ ਦਾ ਨਾਂ ਜ਼ਰੂਰ ਸੁਣਿਆ ਹੋਵੇਗਾ। ਉਹ ਸਾਰੀ ਦੁਨੀਆ ਨੂੰ ਜਿੱਤਣਾ ਚਾਹੁੰਦਾ ਸੀ, ਪਰੰਤੂ ਜਦੋਂ ਭਾਰਤ ਦੀ ਧਰਤੀ 'ਤੇ ਉਸਦਾ ਵਾਹ ਪੋਰਸ ਨਾਲ ਪਿਆ ਤਾਂ ਉਸਨੇ ਉਸਦੀ ਕਾਇਆ ਹੀ ਪਲਟ ਕੇ ਰੱਖ ਦਿੱਤੀ। ਉਹ ਪੋਰਸ ਨੂੰ ਜਿੱਤ ਕੇ ਵੀ ਹਾਰਿਆ ਮਹਿਸੂਸ ਕਰਦਾ ਸੀ। ਉਹ ਪੋਰਸ ਦੀ ਸ਼ਖਸੀਅਤ ਤੋਂ ਇੰਨਾ ਪ੍ਰਭਾਵਿਤ ਹੋਇਆ ਸੀ ਕਿ ਦੁਨੀਆ ਨੂੰ ਜਿੱਤਣ ਦਾ ਖਾਬ ਵਿੱਚੇ ਛੱਡ ਕੇ ਵਾਪਸ ਪਰਤ ਗਿਆ ਸੀ। ਗੱਲਾਂ ਵਿੱਚ ਦੋਸਤਾਂ ਬਥੇਰੇ ਬਣ ਜਾਂਦੇ ਹਨ, ਪਰ ਉਹਨਾਂ ਦੀ ਪਰਖ ਕਿਸੇ ਔਖਿਆਈ ਵੇਲੇ ਹੀ ਹੁੰਦੀ ਹੈ। ਔਖੇ ਵੇਲੇ ਤਾਂ ਕਈ ਵਾਰ ਆਪਣੇ ਸਕੇ ਰਿਸ਼ਤੇਦਾਰ ਵੀ ਸਾਥ ਛੱਡ ਜਾਂਦੇ ਹਨ। ਗੱਲ ਉਹਨਾਂ ਵੇਲਿਆਂ ਦੀ ਹੈ ਜਦੋਂ ਪੰਜਾਬ ਵਿੱਚ ਕਾਲੇ ਕੱਛਿਆਂ ਵਾਲਿਆਂ ਦਾ ਰੌਲਾ ਬਹੁਤ ਚੱਲ ਰਿਹਾ ਸੀ। ਦੋ ਜਣੇ ਜੋ ਚਾਚਾ ਭਤੀਜਾ ਸਨ, ਸੜਕ 'ਤੇ ਚੱਲੇ ਜਾ ਰਹੇ ਸਨ। ਰਸਤੇ ਵਿੱਚ ਉਹਨਾਂ ਨੂੰ ਹਨੇਰਾ ਪੈ ਗਿਆ। ਉਸ ਵੇਲੇ ਦਹਿਸ਼ਤ ਦਾ ਮਾਹੌਲ ਹੀ ਇੰਨਾ ਸੀ ਕਿ ਦੋਵੇਂ ਜਣੇ ਡਰਦੇ ਜਾ ਰਹੇ ਸਨ।
ਇੱਕ ਜਗ੍ਹਾ 'ਤੇ ਜਾ ਕੇ ਦੋਵੇਂ ਜਣੇ ਇੰਨੇ ਕੁ ਡਰ ਗਏ ਕਿ ਦੋਵਾਂ ਦੇ ਸਾਹ ਸੁੱਕਣ ਲੱਗੇ। ਚਾਚੇ ਨੇ ਭਤੀਜੇ ਨੂੰ ਕਿਹਾ, ਕਾਕਾ ਆਪਣਾ ਬਚਾਅ ਆਪ ਹੀ ਕਰ ਲਵੀਂ, ਮੈਂ ਕੁਝ ਨਹੀਂ ਕਰ ਸਕਾਂਗਾ। ਭਤੀਜੇ ਨੇ ਵੀ ਚਾਚੇ ਨੂੰ ਇੱਥੋਂ ਤੱਕ ਕਹਿ ਦਿੱਤਾ ਸੀ, ਚਾਚਾ ਜੀ ਸਮਾਂ ਹੀ ਇਹੋ ਜਿਹਾ ਹੈ, ਆਪਾਂ ਦੋਵਾਂ ਕੋਲੋਂ ਇੱਕ ਦੂਜੇ ਦੀ ਮਦਦ ਨਹੀਂ ਹੋ ਸਕਣੀ, ਇਸ ਲਈ ਆਪਣਾ ਬਚਾਅ ਆਪ ਹੀ ਕਰ ਲਿਓ। ਇਸ ਤਰ੍ਹਾਂ ਉਹਨਾਂ ਦਿਨਾਂ ਵਿੱਚ ਖੂਨ ਇੰਨੇ ਸਫੇਦ ਹੋ ਚੁੱਕੇ ਸਨ ਕਿ ਸਕੇ ਰਿਸ਼ਤੇਦਾਰਾਂ ਨੇ ਵੀ ਇੱਕ ਦੂਜੇ ਨੂੰ ਪਛਾਣਨ ਤੋਂ ਨਾ ਕਰ ਦਿੱਤੀ ਸੀ। ਸੋ ਪਿਆਰੇ ਬੱਚਿਓ, ਜੇ ਕਿਸੇ ਨਾਲ ਦੋਸਤੀ ਕਰੋਗੇ ਤਾਂ ਪੂਰੀ ਤਰ੍ਹਾਂ ਨਿਭਾਇਓ, ਨਹੀਂ ਤਾਂ ਦੋਸਤੀ ਨੂੰ ਦਾਗ ਨਾ ਲਾਇਓ। ਕਦੀ ਵੀ ਦੋਸਤੀ ਸਵਾਰਥ ਜਾਂ ਪੈਸੇ ਧੇਲੇ ਦੀ ਗੱਲ ਨਾ ਆਉਣ ਦਿਓ। ਪੈਸਾ ਆਉਣੀ ਜਾਣੀ ਸ਼ੈ ਹੈ, ਪੈਸਾ ਤੁਹਾਡੇ ਹੱਥਾਂ ਦੀ ਮੈਲ ਹੈ। ਪੈਸਾ ਤਾਂ ਤੁਸੀਂ ਫਿਰ ਵੀ ਕਮਾ ਸਕਦੇ ਹੋ, ਪਰ ਪੈਸੇ ਦੀ ਖਾਤਰ ਦੋਸਤੀ ਨਾ ਛੱਡਿਓ। ਯਾਦ ਰੱਖਿਓ, ਹਮੇਸ਼ਾ ਦੋਸਤੀ ਵਿੱਚ ਜਦੋਂ ਫਿੱਕ ਪੈਂਦੀ ਹੈ, ਪੈਸੇ ਦੀ ਖਾਤਰ ਪੈਂਦੀ ਹੈ। ਜਦੋਂ ਕਿਤੇ ਪੈਸੇ ਦੀ ਖਾਤਰ ਦੋਸਤੀ ਟੁੱਟਦੀ ਹੋਵੇ ਤਾਂ ਪੈਸੇ ਦਾ ਤਿਆਗ ਕਰ ਦਿਓ, ਪਰ ਦੋਸਤੀ ਨਾ ਛੱਡਿਓ। ਯਾਦ ਰੱਖਿਓ, ਦੁਨੀਆ ਵਿੱਚ ਸਵਾਰਥੀ ਮਿੱਤਰ ਤਾਂ ਬਥੇਰੇ ਮਿਲ ਜਾਣਗੇ, ਪਰ ਸੱਚਾ ਦੋਸਤ ਨਸੀਬ ਨਾਲ ਹੀ ਨਸੀਬ ਹੁੰਦਾ ਹੈ। ਉਮੀਦ ਹੈ ਤੁਹਾਨੂੰ ਇਹ ਪਾਠ ਜ਼ਰੂਰ ਪਸੰਦ ਆਇਆ ਹੋਵੇਗਾ। ਹੁਣ ਅਸੀਂ ਇਸ ਪਾਠ ਨਾਲ ਸੰਬੰਧਿਤ ਕੁਝ ਗੱਲਾਂ ਯਾਦ ਕਰਦੇ ਹਾਂ। ਸੱਚੇ ਦੋਸਤ ਦੀ ਪਛਾਣ ਮੁਸੀਬਤ ਵੇਲੇ ਹੁੰਦੀ ਹੈ। ਨਿਹਾਲੇ ਨੇ ਦਿਆਲੇ ਨਾਲ ਮਤਲਬ ਦੀ ਦੋਸਤੀ ਨਿਭਾਈ ਸੀ। ਦਿਆਲੇ ਨੇ ਸਾਹ ਉੱਪਰ ਚੜ੍ਹਾ ਕੇ ਆਪਣੀ ਜਾਨ ਬਚਾਈ ਸੀ। ਘੁੱਗੀ ਨੇ ਮੱਖੀ ਦੇ ਅੱਗੇ ਸੁੱਕਾ ਪੱਤਾ ਰੱਖ ਕੇ ਉਸਦੀ ਜਾਨ ਬਚਾਈ ਸੀ। ਯੁਧਿਸ਼ਠਰ ਬਹੁਤ ਧਰਮੀ ਬੰਦਾ ਸੀ। ਦੋਸਤੀ ਖਤਮ ਕਰਨ ਵਿੱਚ ਜ਼ਿਆਦਾ ਹਿੱਸਾ ਪੈਸੇ ਧੇਲੇ ਦਾ ਹੁੰਦਾ ਹੈ। ਕਈ ਵਾਰ ਅਸੀਂ ਕਿਸੇ ਦੀ ਸੁੰਦਰਤਾ ਜਾਂ ਅਮੀਰੀ ਦੇਖ ਕੇ ਦੋਸਤੀ ਕਰ ਲੈਂਦੇ ਹਾਂ। ਘੁੱਗੀ ਨੇ ਮੱਖੀ ਦੇ ਅੱਗੇ ਇੱਕ ਸੁੱਕਾ ਪੱਤਾ ਰੱਖ ਕੇ ਉਸਦੀ ਜਾਨ ਬਚਾਈ। ਕ੍ਰਿਸ਼ਨ ਜੀ ਨੇ ਦੁਰਯੋਧਨ ਨੂੰ ਇੱਕ ਭਲਾ ਬੰਦਾ ਖੋਜਣ ਲਈ ਭੇਜਿਆ ਸੀ। ਪੋਰਸ ਨੇ ਸਿਕੰਦਰ ਦੀ ਕਾਇਆ ਆਪਣੀ ਚੰਗੀ ਸ਼ਖਸੀਅਤ ਦੇ ਪ੍ਰਭਾਵ ਨਾਲ ਪਲਟੀ। ਦੋਸਤੀ ਵਿੱਚ ਸਵਾਰਥ ਨੂੰ ਕੋਈ ਥਾਂ ਨਹੀਂ ਹੁੰਦੀ। ਦਿਆਲੇ ਨੇ ਨਿਹਾਲੇ ਨੂੰ ਖੂਬ ਲਾਹਨਤਾਂ ਪਾਈਆਂ। ਦੋਸਤੀ ਇੱਕ ਬਹੁਤ ਹੀ ਪਿਆਰਾ ਤੇ ਪਵਿੱਤਰ ਸ਼ਬਦ ਹੈ। ਮੱਖੀ ਨੇ ਸ਼ਿਕਾਰੀ ਦੇ ਹੱਥ 'ਤੇ ਡੰਗ ਮਾਰਿਆ। ਦੁਰਯੋਧਨ ਨੂੰ ਦੁਨੀਆ 'ਚ ਕੋਈ ਚੰਗਾ ਬੰਦਾ ਨਾ ਮਿਲਿਆ।